हेलो डियर स्टूडेंट्स, वेलकम बैक। ਅੱਜ ਅਸੀਂ ਚਰਚਾ ਕਰ ਰਹੇ ਹਾਂ PAS NAS ਟੈਸਟ ਦੇ ਸੰਬੰਧ ਦੇ ਵਿੱਚ 8ਵੀਂ ਕਲਾਸ ਦੇ ਲਈ ਸਮਾਜਿਕ ਸਿੱਖਿਆ ਵਿਸ਼ੇ ਦੇ ਇਤਿਹਾਸ ਭਾਗ ਦੇ ਪਾਠ ਨੰਬਰ 9 ਦੇ ਬਾਰੇ 'ਚ ਕਿਵੇਂ, ਕਦੋਂ ਅਤੇ ਕਿੱਥੇ। ਇਸ ਪਾਠ ਦੇ ਵਿੱਚ ਅਸੀਂ ਮੇਨਲੀ ਹਿਸਟੋਗ੍ਰਾਫੀ ਦੇ ਸੰਬੰਧ ਦੇ ਵਿੱਚ ਕਾਫੀ ਕੁਝ ਜਾਣਾਂਗੇ। ਆਓ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਪਾਠ। ਇਸ ਪਾਠ ਦੇ ਵਿੱਚ ਅਸੀਂ ਚਰਚਾ ਕਰਨ ਜਾ ਰਹੇ ਹਾਂ ਜੋ ਅੰਗਰੇਜ਼ੀ ਸਾਮਰਾਜ ਸਥਾਪਿਤ ਹੋਣ ਤੋਂ ਬਾਅਦ ਸਾਡੇ ਦੇਸ਼ ਦੇ ਵਿੱਚ ਇਤਿਹਾਸ ਕਿਵੇਂ ਲਿਖਿਆ ਗਿਆ, ਇਤਿਹਾਸ ਲਿਖਣ ਦੇ ਲਈ ਕਿਹੜੇ ਕਿਹੜੇ ਤੱਤ ਜਿਹੜੇ ਸਨ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ, ਉਹਨਾਂ ਤੱਤਾਂ ਦੀ ਕੀ ਮਹੱਤਤਾ ਹੈ, ਕੀ ਉਹਨਾਂ ਦਾ ਯੋਗਦਾਨ ਹੈ, ਉਸ ਦੇ ਬਾਰੇ 'ਚ ਚਰਚਾ ਕਰਾਂਗੇ। ਔਰ ਇਸ ਪਾਠ ਦਾ ਇੱਕ ਵੱਡਾ ਸੈਕਸ਼ਨ ਹੋਵੇਗਾ ਇਤਿਹਾਸ ਦੇ ਸਰੋਤ, ਯਾਨੀ ਕਿ ਜੋ ਪਿਛਲੀ ਕਲਾਸ ਦੇ ਵਿੱਚ 7th ਕਲਾਸ ਜਾਂ 6th ਕਲਾਸ ਦੇ ਵਿੱਚ ਤੁਸੀਂ ਇਤਿਹਾਸ ਦੇ ਵੱਖ-ਵੱਖ ਜੋ ਸਰੋਤ ਹਨ ਉਹਨਾਂ ਦੇ ਬਾਰੇ 'ਚ ਪੜ੍ਹ ਕੇ ਆਏ ਹੋ, ਤਾਂ ਉਸੇ ਨੂੰ ਇੱਥੇ ਅਸੀਂ ਡਿਸਕਸ ਕਰਾਂਗੇ। ਇੱਥੇ ਅਸੀਂ ਜਾਣਾਂਗੇ ਕਿ ਜੋ ਅੰਗਰੇਜ਼ਾਂ ਦੇ ਸਮੇਂ 'ਚ ਬਣੀਆਂ ਹੋਈਆਂ ਇਮਾਰਤਾਂ ਹਨ ਉਹਨਾਂ ਤੋਂ ਸਾਨੂੰ ਇਤਿਹਾਸ ਦੇ ਬਾਰੇ 'ਚ ਕੀ ਪਤਾ ਚੱਲਦਾ ਹੈ, ਕਿਹੋ ਜਿਹੀ ਕਲਾ ਉਸ ਸਮੇਂ ਦੀ ਸੀ, ਉਹ ਸਾਰਾ ਕੁਝ ਅਸੀਂ ਇਸ ਪਾਠ ਦੇ ਵਿੱਚ ਡਿਸਕਸ ਕਰਾਂਗੇ। ਕੁਝ ਕੁਐਸਚਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਪਿਕਚਰਸ ਦਿਖਾਉਣੀਆਂ ਚਾਹੁੰਦਾ ਹਾਂ। ਮੈਂ ਨਾਲ ਨਾਲ ਉਹਨਾਂ ਪਿਕਚਰਸ ਦੇ ਨਾਮ ਵੀ ਬੋਲ ਦੇਵਾਂਗਾ। ਇਹ ਜੋ ਤੁਹਾਡੇ ਸਾਹਮਣੇ ਪਿਕਚਰ ਹੈ ਇਹ ਵਿਕਟੋਰੀਆ ਟਰਮੀਨਲ ਦੀ ਹੈ ਜੋ ਮੁੰਬਈ ਵਿਖੇ ਸਥਿਤ ਹੈ। ਅੱਜ ਕੱਲ੍ਹ ਇਸ ਦਾ ਨਾਮ ਬਦਲ ਕੇ ਛਤਰਪਤੀ ਸ਼ਿਵਾਜੀ ਟਰਮੀਨਲ ਕਰ ਦਿੱਤਾ ਗਿਆ ਹੈ। ਇਹ ਰੇਲਵੇ ਔਰ ਕਾਫੀ ਕੁਛ ਇੱਥੋਂ ਆਪਰੇਟ ਹੁੰਦਾ ਹੈ। ਇਹ ਅੰਗਰੇਜ਼ਾਂ ਦੇ ਸਮੇਂ ਦੀ ਬਣੀ ਇੱਕ ਇਤਿਹਾਸਿਕ ਇਮਾਰਤ ਹੈ। ਇਸ ਨੂੰ ਤੁਸੀਂ ਦੇਖ ਸਕਦੇ ਹੋ, ਇਸ ਦੀ ਖੂਬਸੂਰਤੀ ਨੂੰ। ਨੈਕਸਟ ਪਿਕਚਰ ਹੈ ਬੰਬੇ ਹਾਈ ਕੋਰਟ ਦੀ। ਇਹ ਵੀ ਅੰਗਰੇਜ਼ਾਂ ਦੇ ਸਮੇਂ ਦੀ ਬਣੀ ਹੋਈ ਇੱਕ ਇਤਿਹਾਸਿਕ ਇਮਾਰਤ ਹੈ, ਤੁਹਾਡੇ ਸਾਹਮਣੇ ਹੈ। ਕਾਫੀ ਜ਼ਿਆਦਾ ਵਧੀਆ ਇਸ ਦੀ ਜੋ ਤਕਨੀਕ ਹੈ ਉਹ ਇੱਥੇ ਵਰਤੋਂ ਕੀਤੀ ਗਈ ਹੈ। ਇਹ ਜੋ ਤਸਵੀਰ ਹੈ ਇਹ ਮਦਰਾਸ ਹਾਈ ਕੋਰਟ ਦੀ ਹੈ, ਜਿਸ ਨੂੰ ਸਾਡੀ ਰਾਸ਼ਟਰੀ ਵਿਰਾਸਤ ਦੇ ਵਜੋਂ ਵੀ ਸਰਕਾਰ ਦਾ ਇੱਕ ਪ੍ਰੋਵੀਜ਼ਨ ਹੈ ਕਿ ਇਸ ਨੂੰ ਬਣਾਇਆ ਜਾਵੇ। ਇਹ ਜੋ ਤਸਵੀਰ ਹੈ ਇਹ ਕਲਕੱਤਾ ਹਾਈ ਕੋਰਟ ਦੀ ਹੈ। ਇਹ ਵੀ ਅੰਗਰੇਜ਼ਾਂ ਦੇ ਸਮੇਂ ਦੀ ਬਣੀ ਹੋਈ ਇੱਕ ਇਤਿਹਾਸਿਕ ਇਮਾਰਤ ਹੈ। ਨੈਕਸਟ ਜੋ ਤਸਵੀਰ ਹੈ ਇਹ ਵਿਕਟੋਰੀਆ ਮੈਮੋਰੀਅਲ ਕਲਕੱਤਾ ਦੀ ਹੈ। ਇਹ ਵੀ ਕਾਫੀ ਇਤਿਹਾਸਕ ਅਤੇ ਖੂਬਸੂਰਤ ਇਮਾਰਤ ਹੈ, ਤੁਹਾਡੇ ਸਾਹਮਣੇ ਹੈ। ਇਹ ਜੋ ਤਸਵੀਰ ਹੈ ਇਹ ਗੇਟਵੇ ਆਫ ਇੰਡੀਆ ਦੀ ਹੈ ਜੋ ਮੁੰਬਈ ਵਿੱਚ ਸਥਿਤ ਹੈ। ਸਮੁੰਦਰ ਦੇ ਬਿਲਕੁਲ ਕਿਨਾਰੇ 'ਤੇ ਬਣਿਆ ਇਹ ਗੇਟ ਅੰਗਰੇਜ਼ ਜ਼ਮਾਨੇ ਦੀ ਬਣੀ ਹੋਈ ਇੱਕ ਹੋਰ ਇਤਿਹਾਸਕ ਇਮਾਰਤ ਹੈ। ਇਹ ਇੱਕ ਅੰਗਰੇਜ਼ੀ ਰਾਜੇ ਦੇ ਸਵਾਗਤ ਦੇ ਲਈ ਬਣਾਈ ਗਈ ਇਮਾਰਤ ਹੈ। ਇਸ ਦੇ ਇੱਕ ਤਰਫ ਸਮੁੰਦਰ ਦੇ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਜਿਵੇਂ ਕਿ ਸ਼ਿਪਿੰਗ ਬੋਟਸ ਚੱਲ ਰਹੀਆਂ ਹਨ, ਦੂਸਰੇ ਪਾਸੇ ਇੱਕ ਹੋਟਲ ਦਿਖਾਈ ਦੇ ਰਿਹਾ ਹੋਵੇਗਾ ਰੈੱਡ, ਜਿਸ ਦਾ ਡੋਮ ਹੈ ਰੈੱਡ, ਲਾਲ ਗੁੰਬਦ ਹੈ। ਇਹ ਤਾਜ ਹੋਟਲ ਹੈ ਜਿਸ 'ਤੇ ਕਦੇ ਟੈਰਰਿਸਟ ਅਟੈਕ ਹੋਇਆ ਸੀ। ਇਸ ਤੋਂ ਨੈਕਸਟ ਜੋ ਇਮਾਰਤ ਹੈ ਇਹ ਕੁਤਬ ਮੀਨਾਰ ਹੈ। ਇਸ ਦੇ ਸਾਹਮਣੇ ਹੀ ਅਲਾਈ ਦਰਵਾਜ਼ਾ ਹੈ। ਇਹ ਇਮਾਰਤ ਦਿੱਲੀ ਵਿੱਚ ਸਥਿਤ ਹੈ ਜੋ ਕਿ 72 ਮੀਟਰ ਉੱਚੀ ਹੈ। ਇਸ ਦੀਆਂ 5 ਮੰਜ਼ਿਲਾਂ ਹਨ। ਇਹ ਕਾਫੀ ਉੱਚੀ ਇਮਾਰਤ ਦੇ ਵਜੋਂ ਜਾਣਿਆ ਜਾਂਦਾ ਹੈ। ਇਹ ਇਮਾਰਤ ਰਾਸ਼ਟਰਪਤੀ ਭਵਨ ਹੈ ਜੋ ਕਿ ਦਿੱਲੀ ਵਿੱਚ ਸਥਿਤ ਹੈ। ਇਸ ਦੇ ਨੇੜੇ ਹੀ ਸੰਸਦ ਭਵਨ ਸਥਿਤ ਹੈ, ਉਸ ਨੂੰ ਆਪਾਂ ਨੈਕਸਟ ਪਿਕਚਰ ਦੇ ਵਿੱਚ ਦੇਖਦੇ ਹਾਂ। ਇਹ ਹੈ ਸਾਡੇ ਦੇਸ਼ ਦੀ ਸੰਸਦ, ਜਿੱਥੇ ਦੋਨੋਂ ਹੀ ਸਦਨ ਲੋਕ ਸਭਾ ਅਤੇ ਰਾਜ ਸਭਾ ਬੈਠਦੇ ਹਨ, ਜਿਸ ਦੇ ਬਾਰੇ 'ਚ ਅੱਗੇ ਨਾਗਰਿਕ ਸ਼ਾਸਤਰ ਦੇ ਵਿੱਚ ਅਸੀਂ ਪਾਠ ਵੀ ਆਉਣਗੇ, ਉੱਥੇ ਵੀ ਅਸੀਂ ਇਹਨਾਂ ਦੇ ਬਾਰੇ 'ਚ ਪੜ੍ਹਾਂਗੇ। ਅਗਲੀਆਂ ਕਲਾਸਾਂ ਦੇ ਵਿੱਚ ਵੀ ਇਸ ਦੇ ਬਾਰੇ 'ਚ ਕਾਫੀ ਕੁਛ ਜਾਣਾਂਗੇ। ਇਹ ਉਹ ਇਮਾਰਤ ਹੈ ਜਿੱਥੋਂ ਸਾਡੇ ਦੇਸ਼ ਦੀ ਸਰਕਾਰ ਚੱਲਦੀ ਹੈ। ਇਸ ਤੋਂ ਨੈਕਸਟ ਇਮਾਰਤ ਇੱਕ ਹੋਰ ਇਮਾਰਤ ਹੈ, ਇਹ ਹੈ ਇੰਡੀਆ ਗੇਟ। ਇਹ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਸ਼ਹੀਦ ਹੋਏ ਭਾਰਤੀ ਫੌਜੀਆਂ ਦੇ ਸਨਮਾਨ ਦੇ ਵਿੱਚ ਇਹ ਗੇਟ ਬਣਾਇਆ ਗਿਆ ਸੀ। ਤੁਸੀਂ ਦੇਖ ਸਕਦੇ ਹੋ ਕਿ ਜੋ ਆਪਣੇ ਫੌਜ ਦੇ ਜਵਾਨ ਹਨ ਉਹ ਸ਼ਰਧਾਂਜਲੀ ਵਜੋਂ ਪੋਜੀਸ਼ਨ 'ਚ ਖੜ੍ਹੇ ਹਨ। ਇੰਡੀਆ ਗੇਟ ਦੇ ਜੋ ਬਣਾਉਣ ਦਾ ਮੁੱਖ ਮਕਸਦ ਹੈ ਉਹ ਜਵਾਨਾਂ ਨੂੰ ਸ਼ਰਧਾਂਜਲੀ ਦੇਣਾ ਹੈ। ਜੇਕਰ ਤੁਹਾਨੂੰ ਜਾਣ ਦਾ ਮੌਕਾ ਮਿਲੇ ਤਾਂ ਇੱਥੇ ਜਵਾਨਾਂ ਦੀ ਯਾਦ ਦੇ ਵਿੱਚ ਅਮਰ ਜੋਤੀ ਜਗਦੀ ਰਹਿੰਦੀ ਹੈ। ਇਹ ਇਮਾਰਤ ਵੀ ਕਾਫੀ ਜ਼ਿਆਦਾ ਇਤਿਹਾਸਿਕ ਇਮਾਰਤ ਹੈ ਅਤੇ ਅੰਗਰੇਜ਼ਾਂ ਦੁਆਰਾ ਬਣਾਈ ਗਈ ਇੱਕ ਹੋਰ ਮਹੱਤਵਪੂਰਨ ਇਮਾਰਤ ਹੈ। ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਡਿਸਕਸ਼ਨ। ਇਮਾਰਤਾਂ ਦੇ ਬਾਰੇ 'ਚ ਆਪਾਂ ਕਾਫੀ ਕੁਛ ਜਾਣ ਲਿਆ ਹੈ। ਇਹ ਇਮਾਰਤਾਂ ਦੇ ਬਾਰੇ 'ਚ ਦੱਸਣ ਤੋਂ ਭਾਵ ਇਹ ਹੈ ਕਿ ਅੰਗਰੇਜ਼ਾਂ ਨੇ ਸਾਡੇ ਦੇਸ਼ ਦੇ ਵਿੱਚ ਕਈ ਸਾਰੀਆਂ ਇਮਾਰਤਾਂ ਬਣਾਈਆਂ
ਚਾਹੇ ਉਹਨਾਂ ਦੀ ਜ਼ਰੂਰਤ ਸੀ ਜਾਂ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਚਲਾਉਣ ਦੇ ਲਈ ਇਹਨਾਂ ਇਮਾਰਤਾਂ ਦੀ ਲੋੜ ਸੀ, ਪਰ ਇਹਨਾਂ ਦੀ ਜੋ ਕਲਾ ਹੈ ਉਹ ਦੇਖਣਯੋਗ ਹੈ। ਇਹ ਸਾਡੇ ਦੇਸ਼ ਦੀਆਂ ਜੋ ਸੋਹਣੀਆਂ ਇਮਾਰਤਾਂ ਹਨ ਉਹਨਾਂ ਦੇ ਵਿੱਚ ਸ਼ਾਮਲ ਹਨ ਅਤੇ ਜਿੱਥੇ ਵੀ ਜਿਸ ਸ਼ਹਿਰ ਦੇ ਵਿੱਚ ਵੀ ਇਹ ਸਥਿਤ ਹਨ ਉਹ ਸ਼ਹਿਰ ਨੂੰ ਕਾਫੀ ਜ਼ਿਆਦਾ ਖੂਬਸੂਰਤ ਬਣਾਉਂਦੀਆਂ ਹਨ। ਅਸੀਂ ਪਹਿਲਾ ਕੁਐਸਚਨ ਲੈਂਦੇ ਹਾਂ। ਪਹਿਲਾ ਕੁਐਸਚਨ ਹੈ, ਤਸਵੀਰ ਵਿੱਚ ਦਿੱਤੀ ਇਮਾਰਤ ਦਾ ਨਾਮ ਦੱਸੋ। ਇੰਡੀਆ ਗੇਟ, ਕੁਤਬ ਮੀਨਾਰ, ਰਾਸ਼ਟਰਪਤੀ ਭਵਨ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਮੈਂ ਇਹ ਪਿਕਚਰਸ ਜੋ ਪਿੱਛੇ ਤੁਹਾਨੂੰ ਦਿਖਾਈਆਂ ਹਨ ਇਹ ਇਸੇ ਪਰਪਜ਼ ਲਈ ਦਿਖਾਈਆਂ ਹਨ ਤਾਂ ਕਿ ਅਸੀਂ ਪਿਕਚਰ ਨੂੰ ਦੇਖਦੇ ਸਾਰ ਹੀ ਇਮਾਰਤ ਨੂੰ ਜਾਣ ਸਕੀਏ। ਇਸ ਕੁਐਸਚਨ ਦਾ ਜੋ ਰਾਈਟ ਆਨਸਰ ਹੈ ਉਹ ਤੁਹਾਨੂੰ ਕੀ ਲੱਗ ਰਿਹਾ ਹੈ? ਇਹ ਰਾਸ਼ਟਰਪਤੀ ਭਵਨ ਵੀ ਨਹੀਂ ਹੈ, ਇਹ ਕੁਤਬ ਮੀਨਾਰ ਵੀ ਨਹੀਂ ਹੈ ਅਤੇ ਇਹ ਇੰਡੀਆ ਗੇਟ ਵੀ ਨਹੀਂ ਲੱਗ ਰਿਹਾ। ਇਹ ਸਾਨੂੰ ਲੱਗ ਰਿਹਾ ਹੈ ਸੰਸਦ ਭਵਨ, ਜੋ ਕਿ ਇਸ ਆਪਸ਼ਨ ਦੇ ਵਿੱਚ ਨਹੀਂ ਹੈ। ਇਸ ਲਈ ਜੋ ਰਾਈਟ ਆਪਸ਼ਨ ਹੋਵੇਗਾ ਉਹ ਆਪਸ਼ਨ ਨੰਬਰ 4, ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। ਸੈਕਿੰਡ ਕੁਐਸਚਨ ਵੀ ਇੱਕ ਪਿਕਚਰ ਬੇਸਡ ਕੁਐਸਚਨ ਹੈ। ਤਸਵੀਰ ਵਿੱਚ ਦਿੱਤੀ ਹੋਈ ਇਮਾਰਤ ਨੂੰ ਪਛਾਣੋ। ਇਹ ਸੰਸਦ ਭਵਨ ਹੈ, ਕੁਤਬ ਮੀਨਾਰ ਹੈ, ਰਾਸ਼ਟਰਪਤੀ ਭਵਨ ਹੈ, ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ। ਤੁਹਾਨੂੰ ਕੀ ਲੱਗਦਾ ਹੈ? ਸੰਸਦ ਭਵਨ ਦੀ ਤਸਵੀਰ ਅਸੀਂ ਪਿਛਲੀ ਜੋ ਪਿਕਚਰ ਹੈ ਉਸ ਦੇ ਵਿੱਚ ਦੇਖੀ ਹੈ, ਇਹ ਉਹਦੇ ਨਾਲ ਤਾਂ ਮਿਲਦੀ ਨਹੀਂ ਹੈ। ਕੁਤਬ ਮੀਨਾਰ ਵੀ ਇਹ ਨਹੀਂ ਹੈ, ਕੁਤਬ ਮੀਨਾਰ ਦੀ ਪਿਕਚਰ ਨੀਚੇ ਦਿੱਤੀ ਹੋਈ ਹੈ। ਤਾਂ ਇਹ ਜੋ ਤੀਸਰਾ ਆਪਸ਼ਨ ਹੈ ਰਾਸ਼ਟਰਪਤੀ ਭਵਨ, ਉਹ ਆਪਸ਼ਨ ਇਸ ਦੇ ਵਿੱਚ ਬਿਲਕੁਲ ਠੀਕ ਹੈ। ਤੀਸਰਾ ਆਪਸ਼ਨ ਇਸ ਦਾ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈ, ਤਸਵੀਰ ਵਿੱਚ ਦਿੱਤੀ ਹੋਈ ਇਮਾਰਤ ਦੀ ਪਹਿਚਾਣ ਕਰੋ। ਆਪਸ਼ਨ ਹਨ ਸੰਸਦ ਭਵਨ, ਕੁਤਬ ਮੀਨਾਰ, ਇੰਡੀਆ ਗੇਟ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਮੈਂ ਪਿੱਛੇ ਵੀ ਡਿਸਕਸ ਕਰ ਚੁੱਕੇ ਹਾਂ, ਇਸ ਤੋਂ ਪਹਿਲਾਂ ਆਪਾਂ ਪਿਕਚਰ ਵੀ ਦੇਖ ਚੁੱਕੇ ਹਾਂ। ਹਾਲਾਂਕਿ ਇਹ ਜੋ ਇਮਾਰਤ ਹੈ ਇਹ ਯਾਦ ਰੱਖਣਾ ਹੈ, ਕੁਤਬ ਮੀਨਾਰ ਅੰਗਰੇਜ਼ਾਂ ਦੇ ਸਮੇਂ ਦੀ ਬਣੀ ਹੋਈ ਇਮਾਰਤ ਨਹੀਂ ਹੈ। ਇਹ ਜੋ ਦਿੱਲੀ ਦੇ ਸੁਲਤਾਨ ਹੋਏ ਹਨ, 7ਵੀਂ ਕਲਾਸ ਦੇ ਵਿੱਚ ਤੁਸੀਂ ਪੜ੍ਹਿਆ ਹੋਵੇਗਾ, ਸਲਤਨਤ ਕਾਲ ਦੇ ਵਿੱਚ ਬਣੀ ਹੋਈ ਇਮਾਰਤ ਹੈ। ਕੀ ਕੋਈ ਬੱਚਾ ਕਮੈਂਟ ਬਾਕਸ ਦੇ ਵਿੱਚ ਦੱਸ ਸਕਦਾ ਹੈ ਕਿ ਇਹ ਇਮਾਰਤ ਕਿਸ ਸ਼ਾਸਕ ਨੇ ਬਣਾਈ ਸੀ? ਜੋ ਇਹ ਇਮਾਰਤ ਹੈ ਇਸ ਦੀ ਖਾਸ ਗੱਲ ਬਸ ਇਹੀ ਹੈ ਕਿ ਇਹ ਦਿੱਲੀ ਦੇ ਵਿੱਚ ਸਥਿਤ ਹੈ, ਜੋ ਕਿ ਇੱਕ ਪਿਕਚਰ ਬੇਸਡ ਕੁਐਸਚਨ ਬਣਾਉਣ ਦੇ ਲਈ ਇੱਥੇ ਯੂਜ਼ ਕੀਤਾ ਗਿਆ ਹੈ। ਹਾਲਾਂਕਿ ਇਹ ਯਾਦ ਰੱਖਣਾ ਹੈ ਕਿ ਇਹ ਇਮਾਰਤ ਅੰਗਰੇਜ਼ਾਂ ਦੇ ਸਮੇਂ ਦੀ ਬਣੀ ਹੋਈ ਬਿਲਕੁਲ ਵੀ ਨਹੀਂ ਹੈ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਹੈ, ਇਤਿਹਾਸ ਅਤੀਤ ਦਾ ਅਧਿਐਨ ਹੈ। ਇਤਿਹਾਸਕਾਰਾਂ ਨੇ ਸੰਸਾਰ ਦੇ ਇਤਿਹਾਸ ਨੂੰ 3 ਕਾਲਾਂ ਵਿੱਚ ਵੰਡਿਆ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਯੂਰਪ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਤੋਂ ਮੰਨਿਆ ਜਾਂਦਾ ਹੈ? 3 ਕਾਲ ਕਿਹੜੇ ਹੁੰਦੇ ਹਨ? ਸਭ ਤੋਂ ਪਹਿਲਾਂ ਪ੍ਰਾਚੀਨ ਕਾਲ, ਫਿਰ ਮੱਧ ਯੁੱਗ, ਉਸ ਤੋਂ ਬਾਅਦ ਜੋ ਇਤਿਹਾਸ ਦਾ ਹੈ ਨਵਾਂ ਜਾਂ ਆਧੁਨਿਕ ਕਾਲ ਜਿਸ ਨੂੰ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਐਂਸ਼ੀਐਂਟ ਹਿਸਟਰੀ, ਫਿਰ ਮੈਡੀਵਲ ਹਿਸਟਰੀ ਔਰ ਦੈਨ ਮਾਡਰਨ ਹਿਸਟਰੀ। ਇਸ ਦੇ ਵਿੱਚ 4 ਆਪਸ਼ਨ ਹਨ: 16ਵੀਂ ਸਦੀ, 17ਵੀਂ ਸਦੀ, 18ਵੀਂ ਸਦੀ, 19ਵੀਂ ਸਦੀ। ਤਾਂ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਹੈ ਬੁੱਕ ਦੇ ਵਿੱਚ ਦਿੱਤੀ ਹੋਈ ਇਨਫੋਰਮੇਸ਼ਨ ਦੇ ਅਕੋਰਡਿੰਗ 16ਵੀਂ ਸਦੀ ਹੈ। ਜਦ ਕਿ ਜੇ ਭਾਰਤ ਦੇ ਵਿੱਚ ਪੁੱਛਿਆ ਜਾਵੇ ਤਾਂ ਭਾਰਤ ਦੇ ਵਿੱਚ 18ਵੀਂ ਸਦੀ ਦੇ ਵਿੱਚ ਆਧੁਨਿਕ ਕਾਲ ਆਰੰਭ ਹੁੰਦਾ ਹੈ। ਔਰੰਗਜ਼ੇਬ ਦੀ ਮੌਤ ਤੋਂ ਮਗਰੋਂ ਇਤਿਹਾਸਕਾਰਾਂ ਨੇ ਆਧੁਨਿਕ ਕਾਲ ਦਾ ਆਰੰਭ ਮੰਨਿਆ ਹੈ, ਜਦ ਕਿ ਯੂਰਪ ਦੇ ਵਿੱਚ 16ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜੋ ਆਧੁਨਿਕ ਕਾਲ ਹੈ ਉਸ ਦਾ ਆਰੰਭ ਮੰਨਿਆ ਗਿਆ ਹੈ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਇਤਿਹਾਸਕਾਰਾਂ ਨੇ ਭਾਰਤ ਦੇ ਇਤਿਹਾਸ ਨੂੰ ਕਿੰਨੇ ਕਾਲਾਂ ਵਿੱਚ ਵੰਡਿਆ ਹੈ? 3 ਕਾਲਾਂ ਵਿੱਚ, 5 ਵਿੱਚ, 4 ਵਿੱਚ ਅਤੇ 2 ਵਿੱਚ। ਇਸ ਕੁਐਸਚਨ ਦਾ ਜੋ ਰਾਈਟ ਆਨਸਰ ਹੈ ਉਹ ਆਪਸ਼ਨ 1 ਹੈ, ਕਿਉਂਕਿ ਕਿਸੇ ਵੀ ਦੇਸ਼ ਦੇ ਇਤਿਹਾਸ ਨੂੰ 3 ਕਾਲਾਂ ਦੇ ਵਿੱਚ ਵੰਡ ਕੇ ਪੜ੍ਹਿਆ ਜਾਂਦਾ ਹੈ। ਅਸੀਂ ਪਿਛਲੇ ਕੁਐਸਚਨ ਦੇ ਵਿੱਚ ਵੀ ਡਿਸਕਸ ਕਰ ਚੁੱਕੇ ਹਾਂ, ਪੁਰਾਤਨ ਕਾਲ, ਫਿਰ ਮੱਧ ਕਾਲ ਅਤੇ ਆਧੁਨਿਕ ਕਾਲ। ਇਸ ਤੋਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਹੈ, 18ਵੀਂ ਸਦੀ ਵਿੱਚ ਮੁਗਲ ਸਾਮਰਾਜ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਬਹੁਤ ਸਾਰੀਆਂ ਰਿਆਸਤਾਂ ਆਜ਼ਾਦ ਹੋ ਗਈਆਂ ਸਨ, ਜਿਨ੍ਹਾਂ ਵਿੱਚੋਂ ਬੰਗਾਲ ਵੀ ਇੱਕ ਸੀ। ਕੀ ਤੁਸੀਂ ਦੱਸ ਸਕਦੇ ਹੋ ਬੰਗਾਲ ਨੂੰ ਸੁਤੰਤਰ ਕਿਸ ਨੇ ਘੋਸ਼ਿਤ ਕੀਤਾ? ਮੁਰਸ਼ਿਦ ਕੁਲੀ ਖਾਨ, ਅਲਵਰਦੀ ਖਾਨ, ਉਪਰੋਕਤ ਦੋਵੇਂ ਹੀ, ਨਿਜ਼ਾਮ ਉਲ ਮੁਲਕ। ਦੇਖੋ, ਨਿਜ਼ਾਮ ਉਲ ਮੁਲਕ ਦਾ ਸੰਬੰਧ ਹੈ ਹੈਦਰਾਬਾਦ ਰਿਆਸਤ ਦੇ ਨਾਲ। ਯਾਦ ਰੱਖਣਾ ਹੈ, ਨਿਜ਼ਾਮ ਉਲ ਮੁਲਕ ਨੇ ਹੈਦਰਾਬਾਦ ਦਾ ਜੋ ਸੁਤੰਤਰ ਰਾਜ ਹੈ ਉਸ ਦੀ ਸਥਾਪਨਾ ਕੀਤੀ ਸੀ। ਅਲਵਰਦੀ ਖਾਨ ਅਤੇ ਮੁਰਸ਼ਿਦ ਕੁਲੀ ਖਾਨ ਦੋਨੋਂ ਹੀ ਬੰਗਾਲ ਨਾਲ ਸੰਬੰਧ ਰੱਖਦੇ ਹਨ, ਪਰ ਬੰਗਾਲ ਨੂੰ ਸੁਤੰਤਰ ਰਾਜ ਦਾ ਜੋ ਸਥਾਪਨਾ ਕੀਤੀ ਸੀ ਉਹ ਮੁਰਸ਼ਿਦ ਕੁਲੀ ਖਾਨ ਨੇ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬੰਗਾਲ ਨੂੰ ਇੱਕ ਸੁਤੰਤਰ ਰਾਜ ਦੀ ਸਥਾਪਨਾ ਕੀਤੀ ਸੀ ਔਰ ਅਲਵਰਦੀ ਖਾਨ ਨੇ ਇਸ ਰਾਜ ਨੂੰ ਹੋਰ ਵੀ ਜ਼ਿਆਦਾ ਸੁਚੱਜੇ ਢੰਗ ਨਾਲ ਚਲਾਇਆ ਅਤੇ ਬੰਗਾਲ ਨੂੰ ਇਸ ਨੂੰ ਹੋਰ ਵੀ ਜ਼ਿਆਦਾ ਮਜ਼ਬੂਤੀ ਪ੍ਰਦਾਨ ਕੀਤੀ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਹੈ,
ਭਾਰਤ ਦੇ ਇਤਿਹਾਸ ਵਿੱਚ 18ਵੀਂ ਸਦੀ ਦੇ ਕਾਲ ਨੂੰ ਹਨੇਰ ਯੁੱਗ ਸਮਝਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਮੁਗਲ ਸਾਮਰਾਜ ਦੇ ਪਤਨ ਤੋਂ ਬਾਅਦ ਸਥਾਨਕ ਤਾਕਤਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ। ਕੀ ਤੁਸੀਂ ਦੱਸ ਸਕਦੇ ਹੋ ਕਿ ਅਵਧ ਨੂੰ ਸੁਤੰਤਰ ਕਿਸ ਨੇ ਘੋਸ਼ਿਤ ਕੀਤਾ? ਦੇਖੋ, ਇਹਦੇ ਆਪਸ਼ਨ ਹਨ, ਇਹਨਾਂ ਤੋਂ ਵੀ ਸਾਨੂੰ ਕਾਫੀ ਕੁਝ ਪਤਾ ਲੱਗ ਜਾਂਦਾ ਹੈ। ਮੁਰਸ਼ਿਦ ਕੁਲੀ ਖਾਨ ਅਤੇ ਅਲਵਰਦੀ ਖਾਨ, ਇਹ ਦੋਨੋਂ ਹੀ ਬੰਗਾਲ ਨਾਲ ਸੰਬੰਧ ਰੱਖਦੇ ਹਨ। ਨਿਜ਼ਾਮ ਉਲ ਮੁਲਕ ਦੇ ਬਾਰੇ 'ਚ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਇਹ ਹੈਦਰਾਬਾਦ ਜੋ ਰਿਆਸਤ ਸੀ ਉਸ ਦੇ ਨਾਲ ਸੰਬੰਧ ਰੱਖਦੇ ਸਨ। ਤਾਂ ਜੋ ਆਪਸ਼ਨ ਸੈਕਿੰਡ ਹੈ, ਸਾਦਤ ਖਾਨ, ਜਿਸ ਨੂੰ ਅਵਧ ਦੇ ਸੁਤੰਤਰ ਰਾਜ ਦਾ ਸੰਸਥਾਪਕ ਕਿਹਾ ਜਾਂਦਾ ਹੈ, ਉਹੀ ਇਸ ਦਾ ਰਾਈਟ ਆਪਸ਼ਨ ਹੈ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਯੂਰੋਪੀਅਨ ਸ਼ਕਤੀਆਂ ਪੁਰਤਗਾਲੀ, ਡੱਚ, ਫਰਾਂਸੀਸੀ ਅਤੇ ਅੰਗਰੇਜ਼ਾਂ ਨੇ ਭਾਰਤ ਵਿੱਚ ਆਪੋ ਆਪਣਾ ਸਾਮਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਕੀ ਤੁਸੀਂ ਦੱਸ ਸਕਦੇ ਹੋ ਕਿ ਅੰਤ ਵਿੱਚ ਇਹਨਾਂ ਵਿੱਚੋਂ ਕਿਸ ਯੂਰੋਪੀਅਨ ਸ਼ਕਤੀ ਨੇ ਭਾਰਤ ਉੱਤੇ ਆਪਣਾ ਸਾਮਰਾਜ ਸਥਾਪਿਤ ਕੀਤਾ? ਕੋਈ ਬੱਚਾ ਇੱਥੇ ਕਮੈਂਟ ਕਰਕੇ ਇਹ ਦੱਸ ਸਕਦਾ ਹੈ ਕਿ 15 ਅਗਸਤ 1947 ਨੂੰ ਅਸੀਂ ਕਿਹੜੀ ਯੂਰੋਪੀਅਨ ਸ਼ਕਤੀ ਤੋਂ ਆਜ਼ਾਦੀ ਲਈ ਸੀ? ਕੀ ਅਸੀਂ ਪੁਰਤਗਾਲੀਆਂ ਤੋਂ ਆਜ਼ਾਦ ਹੋਏ ਸੀ? ਕੀ ਅਸੀਂ ਡੱਚ ਲੋਕਾਂ ਤੋਂ ਆਜ਼ਾਦ ਹੋਏ ਸੀ? ਕੀ ਅਸੀਂ ਫਰਾਂਸੀਸੀ ਲੋਕਾਂ ਤੋਂ ਆਜ਼ਾਦ ਹੋਏ ਸੀ? ਜਾਂ ਫਿਰ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਸੀ? ਜੇਕਰ ਕੋਈ ਬੱਚਾ ਇਸ ਦਾ ਆਨਸਰ ਦੱਸ ਦੇਗਾ ਤਾਂ ਇਸ ਦਾ ਮਤਲਬ ਇਹ ਹੈ ਕਿ ਉਸ ਨੂੰ ਪਤਾ ਹੈ। ਵੈਸੇ ਇਸ ਕੁਐਸਚਨ ਦਾ ਜੋ ਰਾਈਟ ਆਪਸ਼ਨ ਹੈ ਉਹ ਹੈ ਅੰਗਰੇਜ਼। ਦੇਖੋ, ਸਾਡੇ ਦੇਸ਼ ਦੇ ਵਿੱਚ ਜੋ ਇਹ ਸਾਰੀਆਂ ਸ਼ਕਤੀਆਂ ਸਨ, ਇਹ ਆਈਆਂ, ਇਹਨਾਂ ਨੇ ਵਾਰੀ-ਵਾਰੀ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ। ਆਖਰ ਦੇ ਵਿੱਚ ਸਭ ਤੋਂ ਸ਼ੁਰੂ ਦੇ ਵਿੱਚ ਪੁਰਤਗਾਲੀ ਆਏ ਸਨ, ਦੈਨ ਡੱਚ, ਫਿਰ ਅੰਗਰੇਜ਼ ਔਰ ਸਭ ਤੋਂ ਲਾਸਟ ਦੇ ਵਿੱਚ ਫਰਾਂਸੀਸੀ ਆਏ ਸਨ। ਪੁਰਤਗਾਲੀ ਸਭ ਤੋਂ ਪਹਿਲਾਂ ਆਏ ਅਤੇ ਸਭ ਤੋਂ ਬਾਅਦ ਦੇ ਵਿੱਚ ਗਏ। ਪੁਰਤਗਾਲੀ 1961 ਦੇ ਵਿੱਚ, ਅਗਲੇ ਲੈਸਨਸ ਦੇ ਵਿੱਚ ਤੁਸੀਂ ਇਸ ਨੂੰ ਪੜ੍ਹੋਗੇ। 1961 ਦੇ ਵਿੱਚ ਇਹਨਾਂ ਤੋਂ ਗੋਆ ਨੂੰ ਆਜ਼ਾਦ ਕਰਵਾਇਆ ਗਿਆ, ਜੋ ਕਿ ਸਭ ਤੋਂ ਲਾਸਟ ਦੇ ਵਿੱਚ ਸਾਡੇ ਦੇਸ਼ ਦੇ ਵਿੱਚੋਂ ਇਹ ਗਏ ਹਨ। ਬਾਕੀ ਦੇ ਦੋ ਸ਼ਕਤੀਆਂ ਜੋ ਫਰਾਂਸੀਸੀ ਅਤੇ ਅੰਗਰੇਜ਼ ਸਨ, ਇਹਨਾਂ ਦੇ ਆਪਸ ਦੇ ਵਿੱਚ ਕਰਨਾਟਕ ਦੇ 3 ਯੁੱਧ ਹੋਏ। ਉਹਨਾਂ ਦੇ ਵਿੱਚ ਜੋ ਅੰਗਰੇਜ਼ ਹਨ ਉਹ ਉੱਭਰੇ ਅਤੇ ਉਹਨਾਂ ਨੇ ਹੌਲੀ ਹੌਲੀ ਕਰਕੇ ਸਾਰੇ ਭਾਰਤ ਦੇ ਉੱਪਰ ਅਧਿਕਾਰ ਕਰ ਲਿਆ। ਇਸ ਤਰ੍ਹਾਂ ਨਾਲ ਜੋ ਭਾਰਤ ਦੇ ਜ਼ਿਆਦਾਤਰ ਵੱਡੇ ਖੇਤਰ ਦੇ ਉੱਪਰ ਅਧਿਕਾਰ ਸੀ ਉਹ ਅੰਗਰੇਜ਼ਾਂ ਦਾ ਸੀ। ਬਾਕੀ ਦੀਆਂ ਯੂਰੋਪੀਅਨ ਸ਼ਕਤੀਆਂ ਦਾ ਅਧਿਕਾਰ ਨਾ ਮਾਤਰ ਦੇ ਸਥਾਨਾਂ ਦੇ ਉੱਪਰ ਹੀ ਸੀ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਹੈ, ਇਤਿਹਾਸ ਤੱਥਾਂ ਉੱਤੇ ਆਧਾਰਿਤ ਹੁੰਦਾ ਹੈ, ਇਸ ਲਈ ਇਸ ਦੀ ਰਚਨਾ ਕਰਨ ਲਈ ਇਤਿਹਾਸਕਾਰਾਂ ਨੂੰ ਵੱਖ-ਵੱਖ ਇਤਿਹਾਸਕ ਸਰੋਤਾਂ 'ਤੇ ਨਿਰਭਰ ਹੋਣਾ ਪੈਂਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਦਸਤਾਵੇਜ਼ ਇਤਿਹਾਸ ਲਿਖਣ ਵਿੱਚ ਸਹਾਈ ਹੁੰਦੇ ਹਨ? ਅਖਬਾਰ, ਰਸਾਲੇ, ਮੈਗਜ਼ੀਨ, ਉਪਰੋਕਤ ਸਾਰੇ ਹੀ। ਅਸੀਂ ਇਸ ਪਾਠ ਦੇ ਸ਼ੁਰੂ ਦੇ ਵਿੱਚ ਹੀ ਚਰਚਾ ਕੀਤੀ ਸੀ ਕਿ ਇਹ ਪਾਠ ਇਤਿਹਾਸ ਲਿਖਣ ਦੇ ਨਾਲ ਸੰਬੰਧਿਤ ਹੈ। ਤਾਂ ਇਤਿਹਾਸ ਦੇ ਜੋ ਸਰੋਤ ਹਨ ਉਹਨਾਂ ਦੇ ਬਾਰੇ 'ਚ ਅਸੀਂ ਇਸ ਪਾਠ ਦੇ ਵਿੱਚ ਇਨਫੋਰਮੇਸ਼ਨ ਗੈਦਰ ਕੀਤੀ ਸੀ। ਜੋ ਅਖਬਾਰ ਹਨ, ਇਹਨਾਂ ਤੋਂ ਵੀ ਸਾਨੂੰ ਉਸ ਸਮੇਂ ਦੇ ਜੋ ਹਾਲਾਤ ਸਨ ਉਹਨਾਂ ਦੇ ਬਾਰੇ 'ਚ ਕਾਫੀ ਕੁਝ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਰਸਾਲੇ ਹਨ, ਜੋ ਇਹਨਾਂ ਤੋਂ ਵੀ ਸਾਨੂੰ ਇਤਿਹਾਸਕ ਕਾਫੀ ਸਾਰੇ ਪਹਿਲੂਆਂ ਦੇ ਬਾਰੇ 'ਚ ਜਾਣਕਾਰੀ ਮਿਲਦੀ ਹੈ। ਮੈਗਜ਼ੀਨਸ ਦੇ ਵਿੱਚ ਵੀ ਸਾਨੂੰ ਬਹੁਤ ਸਾਰੇ ਆਰਟੀਕਲਸ ਅਜਿਹੇ ਹੁੰਦੇ ਹਨ ਜੋ ਉਸ ਸਮੇਂ ਦੇ ਹਾਲਾਤ ਨੂੰ ਧਿਆਨ 'ਚ ਰੱਖ ਕੇ ਲਿਖੇ ਜਾਂਦੇ ਹਨ, ਪਰ ਜੇ ਉਸ ਨੂੰ 20 ਜਾਂ 30 ਸਾਲਾਂ ਬਾਅਦ ਅਸੀਂ ਪੜ੍ਹਦੇ ਹਾਂ ਤਾਂ ਉਹ ਸਾਨੂੰ ਕਾਫੀ ਕੁਝ ਇਤਿਹਾਸਕ ਸਰੋਤ ਦੇ ਵਜੋਂ ਜਾਣਕਾਰੀ ਦਿੰਦੇ ਹਨ। ਫੋਰ ਐਗਜ਼ਾਮਪਲ, ਜੋ ਗਾਂਧੀ ਜੀ ਜਾਂ ਭਗਤ ਸਿੰਘ ਦੇ ਬਾਰੇ 'ਚ ਉਸ ਸਮੇਂ ਦੇ ਅਖਬਾਰਾਂ ਦੇ ਵਿੱਚ ਲਿਖੇ ਹੋਏ ਲੇਖ ਹਨ, ਉਹੀ ਸਾਨੂੰ ਇਤਿਹਾਸ ਲਿਖਣ ਦੇ ਵਿੱਚ ਸਾਡੀ ਮਦਦ ਕਰਦੇ ਹਨ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਮੈਸੂਰ ਰਾਜ ਦਾ ਸੰਸਥਾਪਕ ਕੌਣ ਸੀ? ਹੈਦਰ ਅਲੀ, ਟਿੱਪੂ ਸੁਲਤਾਨ, ਬਾਬਰ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਬਾਬਰ ਜੋ ਹੈ ਇਹ ਮੁਗਲ ਰਾਜ ਦਾ ਸੰਸਥਾਪਕ ਸੀ, ਇਹ ਮੈਸੂਰ ਰਾਜ ਦਾ ਸੰਸਥਾਪਕ ਨਹੀਂ। ਬਾਬਰ ਨੇ 1526 ਈਸਵੀ ਦੇ ਵਿੱਚ ਲਾਸਟ ਕਲਾਸ ਜੋ 7th ਕਲਾਸ ਹੈ ਤੁਸੀਂ ਉਸ ਦੇ ਵਿੱਚ ਪੜ੍ਹਿਆ ਹੋਵੇਗਾ ਪਾਣੀਪਤ ਦੇ ਪਹਿਲੇ ਯੁੱਧ ਦੇ ਬਾਰੇ 'ਚ। ਕੋਈ ਬੱਚਾ ਦੱਸ ਸਕਦਾ ਹੈ ਕਿ ਬਾਬਰ ਨੇ ਪਹਿਲਾ ਯੁੱਧ ਜੋ 1526 ਈਸਵੀ ਦੇ ਵਿੱਚ ਪਾਣੀਪਤ ਦੇ ਮੈਦਾਨ ਦੇ ਵਿੱਚ ਲੜਿਆ, ਉਸ ਦੇ ਖਿਲਾਫ ਕਿਹੜਾ ਰਾਜਾ ਖੜਾ ਸੀ? ਯਾਨੀ ਕਿ ਭਾਰਤ ਦੀ ਤਰਫੋਂ ਕਿਹੜੇ ਰਾਜੇ ਨੇ ਉਸ ਦਾ ਵਿਰੋਧ ਕੀਤਾ? ਕਮੈਂਟ ਬਾਕਸ ਦੇ ਵਿੱਚ ਦੱਸੋ। ਇਸ ਕੁਐਸਚਨ ਦਾ ਆਨਸਰ ਆਪਾਂ ਡਿਸਕਸ ਕਰ ਲੈਂਦੇ ਹਾਂ। ਜੋ ਟਿੱਪੂ ਸੁਲਤਾਨ ਹੈ ਉਹ ਹੈਦਰ ਅਲੀ ਦਾ ਬੇਟਾ ਸੀ, ਯਾਨੀ ਕਿ ਆਪਣੇ ਪਿਤਾ ਦੀ ਡੈਥ ਤੋਂ ਬਾਅਦ ਉਹ ਗੱਦੀ 'ਤੇ ਬੈਠਿਆ। ਤਾਂ ਇਹ ਆਪਸ਼ਨ ਵੀ ਲੈਮੀਨੇਟ ਹੋ ਜਾਂਦਾ ਹੈ ਕਿਉਂਕਿ ਸੰਸਥਾਪਕ ਤਾਂ ਕੋਈ ਹੋਰ ਹੈ ਨਾ, ਫਿਰ ਉਹਦਾ ਆਪਣੇ ਪਿਤਾ ਦੀ ਜਗ੍ਹਾ 'ਤੇ ਉਹ ਗੱਦੀ 'ਤੇ ਬੈਠਾ ਹੈ। ਤਾਂ ਮੈਸੂਰ ਰਾਜ ਦਾ ਜੋ ਸੰਸਥਾਪਕ ਹੈ ਉਸ ਦਾ ਰਾਈਟ ਆਪਸ਼ਨ ਹੈ ਹੈਦਰ ਅਲੀ। ਹੈਦਰ ਅਲੀ ਨੇ ਹੀ ਜੋ ਮੈਸੂਰ ਰਾਜ ਹੈ ਉਸ ਦੀ ਸਥਾਪਨਾ ਕੀਤੀ ਸੀ। ਇੱਥੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਚਾਹਾਂਗਾ ਕਿ ਭਾਰਤ ਦੇ ਰਾਜਿਆਂ ਦੇ ਵਿੱਚੋਂ ਇੱਕ ਹੈਦਰ ਅਲੀ ਹੈ
ਉਹੀ ਇੱਕ ਅਜਿਹਾ ਸ਼ਾਸਕ ਹੋਇਆ ਹੈ ਜਿਸ ਨੇ ਅੰਗਰੇਜ਼ਾਂ ਨੂੰ ਕਿਸੇ ਲੜਾਈ ਦੇ ਵਿੱਚ ਹਰਾਇਆ ਹੈ। ਬਾਕੀ ਦੇ ਕਿਸੇ ਵੀ ਭਾਰਤੀ ਸ਼ਾਸਕ ਨੇ ਅੰਗਰੇਜ਼ਾਂ ਨੂੰ ਕਿਸੇ ਵੀ ਲੜਾਈ ਦੇ ਵਿੱਚ ਮਾਤ ਨਹੀਂ ਦਿੱਤੀ। ਇਹ ਇੱਕ ਮਾਣ ਵਾਲੀ ਗੱਲ ਹੈ ਕਿ ਹੈਦਰ ਅਲੀ ਨੇ ਅਜਿਹਾ ਕਰ ਦਿਖਾਇਆ ਸੀ। ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਹੈਦਰ ਅਲੀ ਦੀ ਹੈ ਜਿਸ ਨੇ ਜੋ ਮੈਸੂਰ ਦੇ ਯੁੱਧ ਹਨ ਉਹਨਾਂ ਦੇ ਵਿੱਚ ਅੰਗਰੇਜ਼ਾਂ ਨੂੰ ਹਰਾਇਆ ਸੀ। ਗਲੇ ਦੇ ਕੈਂਸਰ ਦੇ ਕਾਰਨ ਇਸ ਦੀ 1782 ਦੇ ਵਿੱਚ ਇਸ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਇਸ ਦਾ ਪੁੱਤਰ ਟੀਪੂ ਸੁਲਤਾਨ ਗੱਦੀ ਦੇ ਉੱਪਰ ਬੈਠਦਾ ਹੈ। ਇਸ ਦੇ ਨਾਲ ਹੀ ਅਸੀਂ ਇਸ ਲੈਸਨ ਦੇ ਸੰਬੰਧ ਦੇ ਵਿੱਚ ਜਿੰਨੇ ਵੀ ਕੁਐਸਚਨ ਸਨ ਉਹ ਇੰਪੋਰਟੈਂਟ ਕੁਐਸਚਨ ਉਹਨਾਂ ਨੂੰ ਡਿਸਕਸ ਕਰ ਲਿਆ ਹੈ। ਉਮੀਦ ਹੈ ਤੁਹਾਨੂੰ ਕਾਫੀ ਜ਼ਿਆਦਾ ਕਲੀਅਰਟੀ ਮਿਲੀ ਹੋਵੇਗੀ, ਤੁਹਾਨੂੰ ਕਾਫੀ ਜ਼ਿਆਦਾ ਕੰਸੈਪਟਸ ਦੇ ਬਾਰੇ 'ਚ ਪਤਾ ਚੱਲਿਆ ਹੋਵੇਗਾ। ਜੋ ਇਤਿਹਾਸਿਕ ਇਮਾਰਤਾਂ ਦਾ ਅਸੀਂ ਨੇ ਇੱਥੇ ਜ਼ਿਕਰ ਕੀਤਾ ਸੀ ਉਹ ਵੈਸੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਇਮਾਰਤਾਂ ਹਨ ਉਹ ਸਾਨੂੰ ਕਲਾ ਦੇ ਪੱਖ ਤੋਂ ਦਿਖਾਉਂਦੀਆਂ ਹਨ ਕਿ ਉਸ ਸਮੇਂ ਕਲਾ ਦਾ ਕਿਹੋ ਜਿਹਾ ਪੱਧਰ ਸੀ। ਇਸ ਤੋਂ ਇਲਾਵਾ ਕਿਸੇ ਰਾਜੇ ਕੋਲ ਪੈਸੇ ਕਿੰਨੇ ਕੁ ਜ਼ਿਆਦਾ ਸੀ ਕਿ ਉਸਨੇ ਇੰਨੀ ਵਧੀਆ ਖੂਬਸੂਰਤ ਇਮਾਰਤ ਉਸਾਰੀ ਕੀਤੀ। ਇਸ ਤੋਂ ਇਲਾਵਾ ਉਸ ਰਾਜ ਜਾਂ ਉਸ ਸਾਮਰਾਜ ਦੀ ਖੁਸ਼ਹਾਲੀ ਦੇ ਬਾਰੇ 'ਚ ਵੀ ਇਮਾਰਤਾਂ ਦੱਸਦੀਆਂ ਹਨ। ਹੋਰ ਵੀ ਜਿਹੜੇ ਦੂਸਰੇ ਸਾਧਨ ਹਨ ਉਹਨਾਂ ਤੋਂ ਕਾਫੀ ਕੁਝ ਸਾਨੂੰ ਇਤਿਹਾਸ ਦੇ ਬਾਰੇ 'ਚ ਜਾਣਕਾਰੀ ਮਿਲਦੀ ਹੈ। ਉਮੀਦ ਹੈ ਤੁਹਾਨੂੰ ਅੱਜ ਦੇ ਇਸ ਲੈਕਚਰ ਦੇ ਵਿੱਚ ਡਿਸਕਸ ਕੀਤੇ ਹੋਏ ਕੁਐਸਚਨਸ ਦੇ ਕਾਫੀ ਜ਼ਿਆਦਾ ਹੈਲਪਫੁਲ ਹੋਣਗੇ। ਜੇਕਰ ਤੁਹਾਨੂੰ ਇਹ ਲੈਕਚਰ ਵਧੀਆ ਲੱਗਿਆ ਤਾਂ ਇਸ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਤੋਂ ਇਲਾਵਾ ਆਪਣੇ ਹਮ ਜਮਾਤੀਆਂ ਦੇ ਨਾਲ ਸ਼ੇਅਰ ਕਰੋ। ਜੇਕਰ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੋਈ ਡਾਊਟ ਜਾਂ ਕੋਈ ਵਧੀਆ ਨਹੀਂ ਲੱਗਿਆ ਤਾਂ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸੋ। ਇਸ ਦੇ ਨਾਲ ਹੀ ਸਾਰੇ ਅਧਿਆਪਕ ਸਾਥੀਆਂ ਦਾ ਅਤੇ ਸਾਰੇ ਪਿਆਰੇ ਬੱਚਿਆਂ ਦਾ ਜੋ ਕਿ ਬਹੁਤ ਦੂਰੋਂ ਇਸ ਲੈਕਚਰ ਨੂੰ ਸੁਣ ਰਹੇ ਹਨ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਥੈਂਕ ਯੂ।